164-65 ਤੋਂ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ, ਜੋ ਵੀ ਗੁਰਬਾਣੀ ਅਸੀਂ ਪੜ੍ਹਦੇ ਹਾਂ, ਜੋ ਵੀ ਸੁਣਦੇ ਹਾਂ, ਸਾਨੂੰ ਸੱਤ ਸੱਤ ਕਰਕੇ ਮੰਨਣੀ ਆ ਜਾਵੇ। ਵਾਹਿਗੁਰੂ ਜੀ, ਕਿੰਨਾ ਸੋਹਣਾ ਸਮਝਾਇਆ ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿੱਚ। 6ਵੇਂ ਸ਼ਲੋਕ ਵਿੱਚ ਕਬੀਰ ਜੀ ਕਹਿੰਦੇ ਆ, ਕਬੀਰ ਜਾ ਦਿਨ ਹੋ ਮੂਆ, ਪਾਛੇ ਪਿਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ, ਸੰਗੀ ਭਜੇ ਗੋਬਿੰਦ। ਕਬੀਰ ਜੀ ਆਖਦੇ ਆ, ਜਿਸ ਦਿਨ ਮੇਰੀ ਕਹਿੰਦੇ ਹਉਮੈ ਮੁੱਕ ਗਈ, ਮੇਰੇ ਅੰਦਰ ਆਨੰਦ ਹੀ ਆਨੰਦ ਪੈਦਾ ਹੋ ਗਿਆ। ਕਹਿੰਦੇ ਕਿਉਂਕਿ ਜਦੋਂ ਹਉਮੈ ਮੁੱਕ ਗਈ ਤਾਂ ਹੀ ਉਸ ਪਰਮਾਤਮਾ ਨਾਲ ਮਿਲਾਪ ਹੁੰਦਾ। ਹਉਮੈ ਖਤਮ ਹੋਊਗੀ ਅੰਦਰੋਂ ਤਾਂ ਉਸ ਪਰਮਾਤਮਾ ਨਾਲ ਮਿਲਾਪ ਹੋਊਗਾ। ਜਦੋਂ ਇਹ ਭਰਮ ਦਾ ਪਰਦਾ ਚੱਕਿਆ ਜਾਊਗਾ, ਜੋ ਹਉਮੈ ਦਾ ਪਰਦਾ ਹੈ ਬਣਿਆ ਹੋਇਆ, ਇਹ ਹੀ ਆਪਣਾ ਪਰਮਾਤਮਾ ਨਾਲ ਮਿਲਾਪ ਨਹੀਂ ਹੋਣ ਦਿੰਦਾ। ਹਉਮੈ ਹੰਕਾਰ ਦਾ ਪਰਦਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਹਉਮੈ ਦਾ ਕਹਿੰਦੇ ਪਰ ਨਾਮ ਦੇ ਨਾਲ ਵਿਰੋਧ ਆ। ਜਿੱਥੇ ਹਉਮੈ ਹੋਊਗੀ ਉੱਥੇ ਪਰਮਾਤਮਾ ਦਾ ਨਾਮ ਨਹੀਂ ਆ ਸਕਦਾ। ਜਿੱਥੇ ਮੈਂ ਕਰਾਂਗੇ ਉੱਥੇ ਪਰਮਾਤਮਾ ਦਾ ਨਿਵਾਸ ਨਹੀਂ ਹੋ ਸਕਦਾ। ਤਾਂ ਹੀ ਤੀਜੇ ਪਾਤਸ਼ਾਹ ਨੇ ਕਿਹਾ ਨਾ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਕਹਿੰਦੇ ਹਉਮੈ ਤੇਰੇ ਅੰਦਰ ਤਾਂ ਤੂੰ ਉਸ ਪਰਮਾਤਮਾ ਦੀ ਸੇਵਾ ਨਹੀਂ ਕਰ ਸਕਦਾ। ਸੇਵਾ ਕੀ ਆ? ਪਰਮਾਤਮਾ ਦੀ ਸੱਤ ਸੱਤ ਕਰਕੇ ਨਹੀਂ ਤੂੰ ਮੰਨ ਸਕਦਾ। ਗੁਰੂ ਦੇ ਦੱਸੇ ਉਪਦੇਸ਼ ਉੱਤੇ ਨਹੀਂ ਤੂੰ ਚੱਲ ਸਕਦਾ, ਕਿਉਂਕਿ ਤੇਰੀ ਹਉਮੈ ਤੈਨੂੰ ਅੱਗੇ ਹੀ ਨਹੀਂ ਵਧਣ ਦਿੰਦੀ। ਤੂੰ ਤਾਂ ਮੈਂ ਦੇ ਹੰਕਾਰ ਵਿੱਚ ਫਿਰਦਾ ਹੈ ਵੀ ਮੈਂ ਹੀ ਸਭ ਕੁਝ ਕਰਨ ਵਾਲਾ। ਜਿੱਥੇ ਮੈਂ ਹੁੰਦੀ ਉੱਥੇ ਪਰਮਾਤਮਾ ਨਹੀਂ ਨਾ ਦਿਸਦਾ। ਜਿੱਥੇ ਇਹ ਪਤਾ ਲੱਗਦਾ ਵੀ ਸਭ ਕੁਝ ਪਰਮਾਤਮਾ ਤੂੰ ਹੀ ਕਰਨ ਵਾਲਾ ਹੈ, ਸਭ ਕੁਝ ਤੇਰਾ ਹੀ ਕੀਤਾ ਹੋਇਆ ਹੈ, ਆ ਸਾਰੀ ਸ੍ਰਿਸ਼ਟੀ ਸਾਜਣ ਵਾਲਾ ਤੂੰ ਹੈ, ਮੈਨੂੰ ਵੀ ਪੈਦਾ ਕਰਨ ਵਾਲਾ ਤੂੰ ਹੈ, ਮੈਨੂੰ ਸਭ ਕੁਝ ਦੇਣ ਵਾਲਾ ਤੂੰ ਹੈ, ਮੇਰਾ ਤਨ ਮਨ ਧਨ ਸਭ ਤੇਰਾ ਹੀ ਦਿੱਤਾ ਹੋਇਆ ਹੈ। ਇੱਥੇ ਹਉਮੈ ਖਤਮ ਹੁੰਦੀ ਹੈ ਆਪਣੀ। ਤੇ ਜਿੱਥੇ ਆਪਾਂ ਕਹਿੰਦੇ ਮੈਂ ਆ ਕਰ ਦੂੰ, ਆ ਮੈਂ ਮੇਰੀ, ਆ ਮੇਰਾ ਸਰੀਰ, ਆ ਮੇਰਾ ਕੀਤਾ ਸਭ ਕੁਝ ਹੋ ਰਿਹਾ, ਆ ਮੇਰੀ ਜ਼ਮੀਨ ਜਾਇਦਾਦ ਬਣਾਈ, ਮੇਰਾ ਘਰ-ਬਾਰ, ਮੇਰੇ ਧੀਆਂ ਪੁੱਤ, ਮੇਰਾ ਮੈਂ, ਉੱਥੇ ਫਿਰ ਪਰਮਾਤਮਾ ਕਦੇ ਵੀ ਨਹੀਂ ਵਸ ਸਕਦਾ। ਗੁਰੂ ਸਾਹਿਬ ਕਹਿੰਦੇ ਤੇਰਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਕਿਉਂਕਿ ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਜੇ ਤੇਰੇ ਅੰਦਰ ਕਬੀਰ ਜੀ ਕਹਿੰਦੇ ਹਉਮੈ ਹੰਕਾਰਾ, ਤੂੰ ਕਦੇ ਵੀ ਪਰਮਾਤਮਾ ਦਾ ਹੁਕਮ ਨਹੀਂ ਬੁੱਝ ਸਕਦਾ। ਤੇ ਜਿੰਨਾ ਚਿਰ ਤੂੰ ਉਹਦੇ ਹੁਕਮ ਨੂੰ ਬੁੱਝਦਾ ਨਹੀਂ, ਉਹਦੇ ਹੁਕਮ ਅਨੁਸਾਰ ਚੱਲਦਾ ਨਹੀਂ, ਕਿਉਂਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਪਰਮਾਤਮਾ ਦੇ ਹੁਕਮ ਨੂੰ ਮੰਨਾਂਗੇ ਤਾਂ ਹੀ ਉਸ ਪਰਮਾਤਮਾ ਨਾਲ ਮਿਲਾਪ ਹੋਊਗਾ। ਜੇ ਪਰਮਾਤਮਾ ਦੇ ਹੁਕਮ ਨੂੰ ਮੰਨਾਂਗੇ ਤਾਂ ਅੰਦਰ ਦੀ ਕਿੰਤੂ ਪ੍ਰੰਤੂ ਜੋ ਆਪਾਂ ਕਰਦੇ ਹਾਂ ਉਹ ਕਿੰਤੂ ਪ੍ਰੰਤੂ ਨਹੀਂ ਕਰਾਂਗੇ। ਤੇ ਗੁਰੂ ਸਾਹਿਬ ਤਾਂ ਕਹਿੰਦੇ ਹੰਕਾਰੀਆਂ ਨਿੰਦਕਾਂ ਪਿੱਠ ਦੇ। ਹੰਕਾਰੀ ਨੂੰ ਤੇ ਨਿੰਦਕ ਨੂੰ ਤਾਂ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਪਿੱਠ ਦਿੰਦਾ ਹੈ। ਤੇ ਫਿਰ ਆਨੰਦ ਕਿਵੇਂ ਬਣ ਸਕਦਾ ਅੰਦਰ? ਕਬੀਰ ਜੀ ਕਹਿੰਦੇ ਆ, ਮੇਰੇ ਅੰਦਰ ਦੀ ਹਉਮੈ ਮਰ ਗਈ। ਜਦੋਂ ਮੇਰੇ ਅੰਦਰ ਦੀ ਮੈਂ ਮਰ ਗਈ ਤਾਂ ਮੇਰਾ ਉਸ ਪਰਮਾਤਮਾ ਨਾਲ ਮਿਲਾਪ ਹੋ ਗਿਆ। ਕਹਿੰਦੇ ਮੈਨੂੰ ਆਨੰਦ ਹੀ ਆਨੰਦ ਬਣ ਗਿਆ ਮੇਰੇ ਅੰਦਰ, ਕਿਉਂਕਿ ਮੈਨੂੰ ਮੇਰਾ ਪ੍ਰਭੂ ਮਿਲ ਪਿਆ। ਮੈਂ ਆਪਣੇ ਸੰਗੀਆਂ ਨਾਲ ਗੋਬਿੰਦ ਦਾ ਭਜਨ ਕਰਦਾ ਹਾਂ। ਕਹਿੰਦੇ ਹੁਣ ਉਸ ਪਰਮਾਤਮਾ ਦੇ ਗੁਣ ਗਾਉਣਾ ਹੈ। ਮੈਂ ਹਰ ਇੱਕ ਜਗ੍ਹਾ ਮੈਂ ਪਰਮਾਤਮਾ ਨੂੰ ਦੇਖਦਾ ਹੈ, ਉਹ ਗਸਾਈ ਨੂੰ, ਬਿੱਠਲ ਨੂੰ, ਧਰਤੀ ਦੇ ਮਾਲਕ ਨੂੰ, ਸ੍ਰਿਸ਼ਟੀ ਦੇ ਮਾਲਕ ਨੂੰ, ਉਸ ਪਰਮਾਤਮਾ ਨੂੰ, ਜਗਦੀਸ਼ ਨੂੰ ਕਹਿੰਦੇ ਮੈਂ ਜਪਦਾ ਹੈ, ਸਵਾਸ ਸਵਾਸ ਜਪਦਾ। ਕਹਿੰਦੇ ਆਪਣੇ ਸੰਗੀਆਂ ਸਾਥੀਆਂ ਨਾਲ ਵੀ ਉਹਦੇ ਗੁਣਗਾਨ ਗਾਉਣਾ, ਮੈਂ ਸਦਾ ਉਹਦਾ ਜਸ ਗਾਉਣਾ, ਸਦਾ ਉਹਦਾ ਕੀਰਤਨ ਕਰਦਾ। ਸੋ ਕਬੀਰ ਜੀ ਆਪਾਂ ਨੂੰ ਸਮਝਾਉਣਾ ਕਰਦੇ, ਭਾਈ ਅੰਦਰ ਦੀ ਮੈਂ ਮਕਾਓ, ਹਉਮੈ ਮਕਾਓ, ਹਉਮੈ ਖਤਮ ਕਰੋ। कबीर जी कहते तू करदा तू हुआ, मुझ में रहा ना हूँ, जब आपा पर का मिट गया, जत देखूं तत तू। कहते जो अंदरों तू 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 करनी आ गई भी हे वाहिगुरु सब कुछ करने वाला तू है परमात्मा, मैं कुछ भी नहीं कर सकता, मैं तो एक निमाणा है। होए निमाणी टै पावां पूरे सतगुरु पास। जो अंदरों निमाणे होके उस परमात्मा के दर ते डिगांगे, टै पांगे भी मेरा मुझ में किछ नहीं, जो किछ है सो तेरा,
तेरा तुझको सौंपते क्या लागे मेरा। अंदर दी आ अवस्था संगत जी होनी चाहिए अपनी भी मेरा कुछ भी नहीं वाहिगुरु, तन मन धन सब सौंप गुरु को, हुक्म मन्निया पाइए। ਉਹਦੇ ਹੁਕਮ ਨੂੰ ਮੰਨਣਾ ਹੈ, ਉਹਦੇ ਹੁਕਮ ਵਿੱਚ ਜੋ ਵੀ ਦੁੱਖ ਸੁੱਖ ਜੋ ਵੀ ਆਉਂਦੇ ਆ ਉਹਨੂੰ ਕਬੂਲ ਕਰਨਾ ਹੈ। ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਗੁਰੂ ਸਾਹਿਬ ਕਹਿੰਦੇ ਸਦਾ ਜੀਵਨ ਇੱਕੋ ਜਿਹਾ ਰਹਿੰਦਾ, ਦੁੱਖ ਵੀ ਆਉਣੇ ਸੁੱਖ ਵੀ ਆਉਣੇ, ਸੁੱਖ ਆ ਤਾਂ ਦੁੱਖ ਹੈ, ਦੁੱਖ ਹੈ ਤਾਂ ਸੁੱਖ ਹੈ, ਸਦਾ ਜੀਵਨ ਇੱਕੋ ਜਿਹਾ ਨਹੀਂ ਰਹਿੰਦਾ। ਤੇ ਉਸ ਪਰਮਾਤਮਾ ਅੱਗੇ ਗੁਰੂ ਸਾਹਿਬ ਕਹਿੰਦੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਉਸ ਪਰਮਾਤਮਾ ਦੇ ਕੀਤੇ ਤੇ ਕਦੇ ਵੀ ਕਿੰਤੂ ਪ੍ਰੰਤੂ ਨਾ ਕਰੀਏ। ਜੋ ਕਰਦਾ ਪਰਮਾਤਮਾ ਜੋ ਕਰਦਾ ਉਹਨੂੰ ਭਲਾ ਕਰਕੇ ਮੰਨੀਏ। ਜੋ ਪ੍ਰਭ ਕਰੇ ਸੋਈ ਭਲ ਮਾਨੋ, ਸੁਖ ਦੁੱਖ ਉਹੀ ਧਿਆਇਆ ਰੇ। ਅਗਲੇ ਸ਼ਲੋਕ ਵਿੱਚ ਕਬੀਰ ਜੀ ਕਹਿੰਦੇ ਆ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਜਿਸ ਮਨੁੱਖ ਨੇ ਇਹ ਰਾਮ ਜੀ ਨੂੰ ਸਮਝ ਲਿਆ ਨਾ ਵੀ ਸਭ ਤੋਂ ਮਾੜਾ ਮੈਂ ਆ, ਮੈਨੂੰ ਛੱਡ ਕੇ ਸਾਰੇ ਚੰਗੇ ਆ, ਉਹ ਕਹਿੰਦੇ ਉਹ ਮਨੁੱਖ ਮੇਰਾ ਪੱਕਾ ਮਿੱਤਰ ਹੈ। ਕੀ ਰਾਮ ਜੀ ਨੂੰ ਸਮਝਣਾ ਵੀ ਸਭ ਤੋਂ ਮਾੜੇ ਅਸੀਂ ਆ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਵੀ ਮੈਂ ਸਾਰਿਆਂ ਤੋਂ ਨੀਚ ਆ, ਮੈਂ ਸਭ ਤੋਂ ਮਾੜਾ, ਸਾਰੇ ਮੇਰੇ ਤੋਂ ਚੰਗੇ। ਕਹਿੰਦੇ ਅੰਦਰ ਦੀ ਇਹ ਅਵਸਥਾ ਬਣੂਗੀ ਤਾਂ ਫਿਰ ਪਰਮਾਤਮਾ ਨਾਲ ਤੇਰੀ ਪੱਕੀ ਮਿੱਤਰਤਾ ਪਾਊਗੀ। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ, ਮੈਨੂੰ ਛੱਡ ਕੇ ਸਾਰੇ ਹੀ ਚੰਗੇ ਆ ਤੇ ਸਾਰਿਆਂ ਤੋਂ ਮੈਂ ਮਾੜਾ। ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਵੀ ਕਹਿੰਦੇ ਆ ਨਾ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਪਰ ਅਸੀਂ ਕਹਿੰਦੇ ਆ ਨਹੀਂ ਜੀ, ਅਸੀਂ ਸਭ ਤੋਂ ਭਲੇ ਆ ਤੇ ਸਾਰੇ ਹੀ ਬੁਰੇ ਆ, ਅਸੀਂ ਸਭ ਤੋਂ ਉੱਚੇ ਆ ਤੇ ਸਾਰੇ ਹੀ ਨੀਚ ਆ, ਮੇਰੀ ਮੱਤ ਸਭ ਤੋਂ ਉੱਚੀ ਆ ਤੇ ਸਭ ਦੀ ਮੱਤ ਮਾੜੀ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਕਬੀਰ ਜੀ ਕਹਿੰਦੇ ਨਹੀਂ, ਆਹ ਰਾਮ ਜੀ ਨੂੰ ਸਮਝੋ, ਇਸ ਰਾਜ ਨੂੰ ਸਮਝੋ ਵੀ ਮੈਂ ਸਭ ਤੋਂ ਮਾੜਾ ਹੈ ਤੇ ਸਾਰੇ ਹੀ ਮੈਨੂੰ ਛੱਡ ਕੇ ਚੰਗੇ ਆ। ਫੇਰ ਕਹਿੰਦੇ ਤੇਰੀ ਉਸ ਪਰਮਾਤਮਾ ਨਾਲ ਪੱਕੀ ਮਿੱਤਰਤਾ ਪਊਗੀ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਹ ਹੁਣ ਹਉਮੈ ਹੀ ਆਪਾਂ ਨੂੰ ਇਹ ਨਹੀਂ ਨਾ ਕਹਿਣ ਦਿੰਦੀ, ਆਪਣੀ ਮੈਂ ਅੰਦਰ ਦੀ ਜਿਹੜੀ ਇਹ ਨਹੀਂ ਨਾ ਕਹਿਣ ਦਿੰਦੀ ਵੀ ਤੂੰ ਸਭ ਤੋਂ ਮਾੜਾ ਹੈ, ਵੀ ਮੈਂ ਸਭ ਤੋਂ ਮਾੜਾ ਹੈ। ਇਹ ਹਉਮੈ ਨਹੀਂ ਆਪਾਂ ਨੂੰ ਇਹ ਗੱਲ ਕਹਿਣ ਦਿੰਦੀ। ਆਪਾਂ ਕਹਿੰਦੇ ਨਹੀਂ ਜੀ ਸਾਰੇ ਮਾੜੇ ਆ ਤੇ ਅਸੀਂ ਚੰਗੇ ਆ, ਮੈਂ ਤਾਂ ਸਭ ਦਾ ਚੰਗਾ ਹੀ ਕਰਦਾ, ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਅਸੀਂ ਇਹ ਕਹਿੰਦੇ ਆ ਨਾ ਅੰਦਰੋਂ ਵਾਹਿਗੁਰੂ, ਕਿਉਂਕਿ ਮੈਂ ਨੂੰ ਮਾਰਨਾ ਵਾਰ-ਵਾਰ ਗੁਰੂ ਸਾਹਿਬ ਕਹਿੰਦੇ ਆ, ਮੈਂ ਨੂੰ ਮਾਰੋ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਵਾਹਿਗੁਰੂ ਸਭ ਕੁਛ ਕਰਨ ਵਾਲਾ ਹੈ। कबीर आई मुझ पे है अनेक करे कर पेश, हम राखे गुर अपने उन किन आदेश। किनो आदेश कबीर जी आखदे माया नेकां रूप धार के कहंदे मेरे कोले आई, पर गुरु परमेश्वर ने मैनू इस तो बचा लिया। वो मैनू कहंदे माया प्रभावित नहीं कर सकी, इस करके वो मैनू सिर नवाब के वापस चली गई। हुण माया देखिए किन्ने रूप धार के आउंदी है, सारी ही माया है। ਧੀਆਂ ਪੁੱਤ ਘਰ ਬਾਰ ਰਿਸ਼ਤੇਦਾਰ ਮਿੱਤਰ ਭੈਣ ਭਾਈ, ਇੱਕ ਗੁਰੂ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਸਾਰੀ ਹੀ ਮਾਇਆ ਹੈ। ਕਬੀਰ ਜੀ ਕਹਿੰਦੇ ਮਾਇਆ ਮੇਰੇ ਕੋਲ ਵੀ ਬਹੁਤ ਰੂਪ ਧਾਰ ਕੇ ਆਈ, ਕਹਿੰਦੇ ਪਰ ਮੈਂ ਕਿਵੇਂ ਬਚਿਆ, ਕਿਉਂਕਿ ਮੈਂ ਉਸ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਿਆ। ਤੇ ਜੋ ਵੀ ਉਹ ਗੁਰੂ ਦੀ ਸ਼ਰਨ ਵਿੱਚ ਪੈਂਦਾ ਉਹਨੂੰ ਗੁਰੂ ਉਹਦਾ ਹੀ ਗੁਰੂ ਰਖਵਾਲਾ ਹੈ। ਜੇ ਗੁਰੂ ਦੀ ਸ਼ਰਨ ਵਿੱਚ ਪਵਾਂਗੇ ਤਾਂ ਗੁਰੂ ਆਪ ਹੀ ਇਸ ਮਾਇਆ ਦੇ ਰੂਪਾਂ ਤੋਂ ਬਚਾ ਲੂਗਾ, ਇਸ ਮਾਇਆ ਤੋਂ ਬਚਾ ਲੂਗਾ, ਕਿਉਂਕਿ ਇਹ ਮਾਇਆ ਤਾਂ ਹੈ ਹੀ ਮੋਹਣੀ। ਇਹਨੇ ਬਿਨਾਂ ਦੰਦਾਂ ਤੋਂ ਜੱਗ ਨੂੰ ਖਾਧਾ ਹੈ, ਬਿਨਾਂ ਦੰਦਾਂ ਤੋਂ ਇਹ ਜੱਗ ਨੂੰ ਖਾਂਦੀ ਆ, ਤੇ ਇਹ ਤੋਂ ਬਚਾ ਸਕਦਾ ਸਿਰਫ ਗੁਰੂ ਪਰਮਾਤਮਾ। ਜੇ ਗੁਰੂ ਦੀ ਸ਼ਰਨ ਵਿੱਚ ਪਵਾਂਗੇ ਤਾਂ ਇਹ ਮਾਇਆ ਦਾਸੀ ਬਣ ਜੂਗੀ। कबीर जी कहते इस करके कहते माया मेरे अगे तो सिर नवाब के वापस चली गई, क्योंकि मैं गुरु की परमेश्वर की शरण लई सी। ते जे आपां गुरु परमेश्वर की शरण नहीं लवांगे तो माया ने तो ठगना ही ठगना आपां, क्योंकि ये तो सारे जगत नूं ठगदी है। गुरु साहब कहते बचिया कोई नहीं भी इस माया तो, बचूगा कौन? जो गुरु की शरण पऊगा, जो गुरु का उपदेश मनूगा, जो गुरु की सत सत करके मनूगा, ਉਹਦੀ ਮਾਇਆ ਦਾਸੀ ਬਣ ਜੀ।
ਜੋ ਪਰਮਾਤਮਾ ਦੇ ਭਗਤ ਜਨ ਸੰਤ ਬਣਦੇ ਉਹਨਾਂ ਦੀ ਦਾਸੀ ਆ। ਵਾਹਿਗੁਰੂ। ਹੁਣ ਕਬੀਰ ਜੀ ਕਹਿੰਦੇ ਮੈਨੂੰ ਤਾਂ ਮੇਰੇ ਗੁਰੂ ਨੇ ਪਰਮਾਤਮਾ ਨੇ ਬਚਾ ਲਿਆ, ਤੇ ਆਪਾਂ ਵੀ ਮਾਇਆ ਤੋਂ ਬਚਣ ਲਈ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ, ਫਿਰ ਆਪਾਂ ਇਸ ਮਾਇਆ ਤੋਂ ਬਚ ਸਕਦੇ ਹਾਂ। ਵਾਹਿਗੁਰੂ ਵਾਹਿਗੁਰੂ। ਇਹ ਠੱਗ ਬੂਟੀ ਦਾ ਪਤਾ ਵੀ ਨਹੀਂ ਲੱਗਦਾ ਵਾਹਿਗੁਰੂ ਜੀ, ਇਹ ਕਾਲ ਦਾ ਮਾਇਆ ਦਾ ਨਹੀਂ ਪਤਾ ਲੱਗਦਾ। ਮਾਇਆ ਬਹੁਤ ਰੂਪ ਧਾਰ ਕੇ ਆਉਂਦੀ ਆ ਤੇ ਮਨ ਨੂੰ ਪੱਟ ਦਿੰਦੀ ਹੈ। ਕਬੀਰ ਸੋਈ ਮਾਰੀਏ ਜਹ ਮੂਏ ਸੁਖ ਹੋਏ, ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮਾਨੇ ਕੋਏ। ਕਬੀਰ ਜੀ ਕਹਿੰਦੇ ਆ, ਕਹਿੰਦੇ ਇਸ ਹਉਮੈ ਨੂੰ ਮਾਰਨਾ ਚਾਹੀਦਾ ਕਿਉਂਕਿ ਇਸ ਦੇ ਖਤਮ ਹੋਣ ਨਾਲ ਹੀ ਸੁੱਖ ਹੁੰਦਾ। ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਪਰ ਇਸ ਕੰਮ ਨੂੰ ਕੋਈ ਬੁਰਾ ਨਹੀਂ ਮੰਨਦਾ। ਹੁਣ ਦੇਖੋ, ਹਉਮੈ ਨੂੰ ਤਿਆਗਣਾ ਤਾਂ ਹਰ ਕੋਈ ਚਾਹੁੰਦਾ। ਕਹਿੰਦੇ ਹਉਮੈ ਨੂੰ ਮਾਰੋ, ਜੇ ਆਪਣੀ ਹਉਮੈ ਮਰੂਗੀ ਤਾਂ ਹੀ ਅੰਦਰ ਸੁੱਖ ਹੋਊਗਾ, ਆਨੰਦ ਹੋਊਗਾ, ਖੇੜਾ ਹੋਊਗਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਹੋਣਗੀਆਂ ਜੇ ਆਪਣੇ ਅੰਦਰ ਦੀ ਹਉਮੈ ਨੂੰ ਮਾਰਾਂਗੇ। ਕਿਉਂਕਿ ਜੇ ਹਉਮੈ ਆ ਤਾਂ ਪਿੱਛੇ ਵੀ ਕਬੀਰ ਜੀ ਨੇ ਕਿਹਾ ਨਾ, ਪਰਮਾਤਮਾ ਦਾ ਨਾਮ ਕਦੇ ਵੀ ਹਿਰਦੇ ਵਿੱਚ ਨਹੀਂ ਵਸ ਸਕਦਾ, ਤੇ ਜਿੰਨਾ ਚਿਰ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਨਹੀਂ ਵਸਦਾ ਉਨਾ ਚਿਰ ਸੁੱਖ ਆਨੰਦ ਦੀ ਅਵਸਥਾ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਕਬੀਰ ਜੀ ਨੇ ਹਦਾਇਤ ਕੀਤੀ ਵੀ ਹਉਮੈ ਨੂੰ ਮਾਰ ਕੇ ਹੀ ਆਪਾਂ ਆਨੰਦ ਦੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ। ਤੇ ਹੁਣ ਦੇਖੋ, ਕਹਿੰਦੇ ਹਉਮੈ ਨੂੰ ਤਿਆਗਣਾ ਤਾਂ ਹਰ ਇੱਕ ਮਨੁੱਖ ਚਾਹੁੰਦਾ, ਤਿਆਗਣਾ ਤਾਂ ਹਰ ਕੋਈ ਚਾਹੁੰਦਾ ਹੈ, ਪਰ ਇਹ ਵੀ ਨਹੀਂ ਕਹਿੰਦੇ ਵੀ ਇਹ ਕੋਈ ਬੁਰੀ ਆ ਹਉਮੈ। ਕਬੀਰ ਜੀ ਕਹਿੰਦੇ ਹਉਮੈ ਨੂੰ ਬੁਰਾ ਮੰਨਾਂਗੇ ਤਾਂ ਹਉਮੈ ਤਿਆਗੀ ਜਾਊਗੀ, ਤੇ ਤਿਆਗੀ ਵੀ ਉਸ ਗੁਰੂ ਪਰਮਾਤਮਾ ਅੱਗੇ ਤਰਲੇ ਕਰਕੇ ਮਿੰਨਤਾਂ ਕਰਕੇ ਆਪਾਂ ਇਸ ਹਉਮੈ ਹੰਕਾਰ ਚੋਂ ਨਿਕਲ ਸਕਦੇ ਹਾਂ। ਆਪਾਂ ਅਰਦਾਸ ਕਰੀਏ ਵੀ ਵਾਹਿਗੁਰੂ ਜੀ ਸਾਨੂੰ ਇਹ ਹਉਮੈ ਹੰਕਾਰ ਤੋਂ ਬਚਾਓ, ਅਸੀਂ ਇਹਨੂੰ ਤਿਆਗਣਾ ਚਾਹੁੰਦੇ ਹਾਂ, ਅਸੀਂ ਇਹਦੇ ਚੋਂ ਨਿਕਲਣਾ ਚਾਹੁੰਦੇ ਹਾਂ, ਹਉਮੈ ਹੰਕਾਰ ਚੋਂ ਮੈਂ ਮੇਰੀ ਨੂੰ ਮਾਰੋ। ਆਪਾਂ ਇਹ ਅਰਦਾਸ ਕਰਨੀ ਆ ਗੁਰੂ ਅੱਗੇ, ਪਰਮਾਤਮਾ ਅੱਗੇ, ਵੀ ਵਾਹਿਗੁਰੂ ਜੀ ਆ ਮੈਂ ਅਸੀਂ ਕਰਨੀ ਛੱਡ ਦਈਏ ਤੇ ਤੂੰ ਹੀ ਕਰਨਾ ਆ ਜਾਵੇ। ਕਹਿੰਦੇ ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਪਰ ਇਸ ਕੰਮ ਨੂੰ ਕੋਈ ਬੁਰਾ ਵੀ ਨਹੀਂ ਮੰਨਦਾ। ਜਿੰਨਾ ਚਿਰ ਆਪਾਂ ਬੁਰਾ ਨਹੀਂ ਮੰਨਦੇ ਵੀ ਹਉਮੈ ਛੱਡਣੀ ਆ, ਉਹਨਾਂ ਚਿਰ ਆਪਾਂ ਇਹਦਾ ਤਿਆਗ ਨਹੀਂ ਕਰ ਸਕਦੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਬੀਰ ਰਾਤੀ ਹੋਵੇ ਕਾਰੀਆਂ, ਕਾਰੇ ਉਬੇ ਜੰਤ ਲੈ ਫਾਹੇ ਉਠਤਾ ਤੇ ਸੇ ਜਾਨ ਮਰੇ ਭਗਵੰਤ। ਕਬੀਰ ਜੀ ਆਖਦੇ ਜਦੋਂ ਰਾਤਾਂ ਹਨੇਰੀਆਂ ਹੁੰਦੀਆਂ ਤਾਂ ਚੋਰ ਲਟੇਰੇ ਬੁਰੇ ਕੰਮ ਵਾਸਤੇ ਉੱਠ ਖਲੋਂਦੇ ਆ। ਹੁਣ ਦੇਖੋ, ਕਹਿੰਦੇ ਉਹ ਚਾਕੂ ਪਿਸਤੌਲ ਲੈ ਕੇ ਲੁੱਟਣ ਵਾਸਤੇ ਤੁਰ ਪੈਂਦੇ ਆ, ਪਰ ਯਕੀਨ ਜਾਣੋ ਅਜਿਹੇ ਬੰਦੇ ਰੱਬ ਵੱਲੋਂ ਮਾਰੇ ਹੋਏ ਹਨ। ਕਹਿੰਦੇ ਜਦੋਂ ਕੋਈ ਇਹੋ ਜਿਹੇ ਬੁਰੇ ਕੰਮ ਕਰਦਾ ਹੈ, ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ ਤਾਂ ਹੀ ਸੰਗਤ ਜੀ ਆਪਾਂ ਬੁਰੇ ਕੰਮ ਕਰਦੇ ਹਾਂ। ਕੋਈ ਹੁਣ ਹਨੇਰੇ 'ਚ ਲੁੱਟਾਂ ਖੋਹਾਂ ਕਰਦਾ, ਲੁੱਟਣ ਵਾਸਤੇ ਤੁਰ ਪੈਂਦਾ, ਕਹਿੰਦੇ ਯਕੀਨ ਜਾਣੋ ਅਜਿਹੇ ਬੰਦੇ ਰੱਬ ਨੂੰ ਭੁੱਲੇ ਹੋਏ ਆ, ਉਹਨਾਂ ਨੂੰ ਪਰਮਾਤਮਾ ਨਹੀਂ ਯਾਦ, ਉਹਨਾਂ ਨੂੰ ਇਹ ਨਹੀਂ ਯਾਦ ਰਹਿੰਦਾ ਵੀ ਪਰਮਾਤਮਾ ਗੁਰੂ ਸਾਡੀ ਸਭ ਹਰਕਤ ਨੂੰ ਵੇਖ ਰਿਹਾ। ਕਿਉਂਕਿ ਜਦੋਂ ਆਪਾਂ ਕੋਈ ਵੀ ਬੁਰਾ ਕੰਮ ਕਰਦੇ ਹਾਂ ਆਪਾਂ ਸੋਚਦੇ ਹਾਂ ਪਰਮਾਤਮਾ ਕਿਹੜਾ ਆਪਾਂ ਨੂੰ ਦੇਖ ਰਿਹਾ ਹੈ, ਅਸੀਂ ਤਾਂ ਲੁਕ ਛੁਪ ਕੇ ਕੰਮ ਕਰਦੇ ਹਾਂ। ਤੇ ਜਦੋਂ ਚੰਗਾ ਕੰਮ ਕਰਦੇ ਉਦੋਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਪਰਮਾਤਮਾ ਦੇਖੇ ਵੀ ਅਸੀਂ ਆਹ ਪੁੰਨ ਦਾਨ ਕੀਤਾ, ਆਹ ਅਸੀਂ ਲੋਕ ਭਲਾਈ ਦਾ ਕੰਮ ਕੀਤਾ, ਪਰਮਾਤਮਾ ਤਾਂ ਹਾਜ਼ਰ ਨਾਜ਼ਰ ਆ। ਫਿਰ ਜਦੋਂ ਅਸੀਂ ਬੁਰਾ ਕੰਮ ਕਰਦੇ ਉਦੋਂ ਕਿਉਂ ਭੁੱਲ ਜਾਂਦੇ ਪਰਮਾਤਮਾ ਨੂੰ? ਜਦੋਂ ਆਪਾਂ ਬੁਰਾ ਕੰਮ ਕਰਦੇ ਹਾਂ ਉਦੋਂ ਅਸੀਂ ਪਰਮਾਤਮਾ ਨੂੰ ਭੁੱਲੇ ਹੋਏ ਹਾਂ, ਪਰਮਾਤਮਾ ਨੂੰ ਵਿਸਾਰਿਆ ਹੋਇਆ ਹੈ ਅਸੀਂ, ਤਾਂ ਹੀ ਅਸੀਂ ਮਾੜੇ ਕੰਮ ਕਰਦੇ ਹਾਂ। ਪਰ ਪਰਮਾਤਮਾ ਤਾਂ ਜੋ ਤੇਰੇ ਘਟ ਦੀ ਜਾਣਦਾ ਬੰਦਿਆ, ਜੋ ਵੀ ਤੂੰ ਚੰਗਾ ਬੁਰਾ ਕਰਦਾ ਸਭ ਜਾਣਦਾ ਹੈ। ਪਰ ਅਸੀਂ ਸੋਚਦੇ ਹਾਂ ਜਦੋਂ ਚੰਗਾ ਕੰਮ ਕਰਦੇ ਹਾਂ ਉਦੋਂ ਹੀ ਪਰਮਾਤਮਾ ਸਾਨੂੰ ਦੇਖਦਾ, ਵੀ ਮਾੜੇ ਕੰਮ ਵੇਲੇ ਕਿਹੜਾ ਦੇਖਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੋਗੇ ਤਾਂ ਤੁਸੀਂ ਕਦੇ ਵੀ ਕੋਈ ਬੁਰਾ ਕੰਮ ਨਹੀਂ ਕਰੋਗੇ, ਤੇ ਚੰਗਾ ਕੰਮ ਕਰਕੇ ਹਉਮੈ ਹੰਕਾਰ ਨਹੀਂ ਕਰੋਗੇ, ਤੇ ਕਦੇ ਵੀ ਕੋਈ ਬੁਰਾ ਕੰਮ ਨਹੀਂ ਕਰੋਗੇ। ਕਿਉਂਕਿ ਜੇ ਪਰਮਾਤਮਾ ਹੈ ਉਹ ਤਾਂ ਸਭ ਕੁਝ ਜਾਣਦਾ, ਬਿਨ ਬੋਲਿਆ ਹੀ ਜਾਣਦਾ ਹੈ, ਤੇਰੇ ਅੰਦਰ ਦੇ ਫੁਰਨਿਆਂ ਨੂੰ ਜਾਣਦਾ, ਤੇਰੀ ਅੰਦਰ ਦੀ ਨੀਤ ਨੂੰ ਜਾਣਦਾ ਵੀ ਤੂੰ ਕਿਹੋ ਜਿਹਾ ਹੈ ਅੰਦਰੋਂ। ਆਪਾਂ ਦੁਨੀਆ ਸਾਹਮਣੇ ਚੰਗੇ ਬਣ ਸਕਦੇ ਹਾਂ, ਪਰ ਆਪਣੇ ਅੰਦਰ ਕੀ ਚੱਲਦਾ ਇਹ ਤਾਂ ਪਰਮਾਤਮਾ ਸਭ ਕੁਝ ਜਾਣਦਾ ਹੈ। ਤੇ ਸੰਗਤ ਜੀ ਆਪਾਂ ਲੇਖਾ ਵੀ ਦੁਨੀਆ ਨੂੰ ਨਹੀਂ ਦੇਣਾ,
ਗੁਰੂ ਪਰਮਾਤਮਾ ਨੂੰ ਲੇਖੇ ਦੇਣੇ। ਆਪਾਂ ਦੁਨੀਆ ਸਾਹਮਣੇ ਆਪਾਂ ਚਾਹੇ ਚੰਗੇ ਬਣੇ ਫਿਰੀਏ, ਪਰ ਆਪਣੇ ਅੰਦਰ ਦੀ ਅਵਸਥਾ ਕੀ ਆ ਇਹ ਦੁਨੀਆ ਚਾਹੇ ਨਹੀਂ ਜਾਣਦੀ, ਪਰ ਪਰਮਾਤਮਾ ਤੋਂ ਆਪਾਂ ਕੁਝ ਵੀ ਛੁਪਾ ਨਹੀਂ ਸਕਦੇ, क्योंकि अंदर दी अवस्था परमात्मा जानदा। अंतर की गा तुम ही जानो, तुम ही करो नबेड़ा। अंदर दी अवस्था परमात्मा तू ही जानदा ते तू ही नबेड़े करन वाला वाहिगुरु। फिर असीं की लुका सकदे तेरे अगों? बाहरों असीं चंगे बने पर अंदर साडे किन्नी मैल आ वाहिगुरु, ये तुसीं जाणदे हो सच्चे पातशाह। ते अंदर दी मैल भी वाहिगुरु तुसीं लाउणी आ, क्योंकि जे साडा मन मैला तां सब किछ मैला। मन मैला सब किछ मैला, तन धोते मन हच्छा ना होए। ये जग भरम बुलाया विरला बूझे कोए। कहते सारा जग ही भरम भुलेखियां च फिरदा है। ते वार वार गुरबाणी अपने मन नूं शुद्ध करन बारे दसदी है, भी मन नूं शुद्ध करो, मन ने अगे जाना है। वाहिगुरु वाहिगुरु। कबीर चंदन का बिरवा भला, बेड़ियों ढाक पलास, ओए भी चंदन होए रहे बसे जो चंदन पास। कबीर जी हुण इस श्लोक विच संतां महात्मा वाल इशारा करके कहंदे आ, जिन्हां दी संगत दा लाभ सारे लोग हासिल करदे आ। कहंदे चंदन दा निक्का जिहा बूटा चंगा समझिया जांदा है, जो ढाक पलादिक वर्गे रुखां नाल घिरिया होया है। कहंदे ओह रुख जो चंदन दे नेड़े उगे हुंदे ओह भी चंदन हो जांदे आ। हुण देखो गुरु साहब कहते हैं जो चंदन के नेड़े उगे होंगे ना, कबीर जी कहते रुख वो भी चंदन ही हो जाते हैं। तिवें ही समझाया चंदन की उदाहरण दे के कबीर जी सानू समझाउणा कर रहा। कहते जिवें संत महात्मा की संगत विच भी बुरे बंदे भी भले हो जाते आ। कहते जे आपां चंगे की संगत करांगे तो चंगे ही बनांगे। क्योंकि जिहो जी संगत हुंदी ओहो जी संगत जी आपां नूं रंगत लगदी आ। संगत दी रंगत हुंदी, चंगे दी संगत करांगे तो चंगे गुण आउणगे, माड़े दी संगत करांगे तो माड़े बनांगे, औगणां नाल भरे जावांगे। तां ही कबीर जी कहंदे ना, जो जैसी संगत मिले तैसो ही फल खाए। जैसी संगत मिलूगी ओहो जिहा ही आपां नूं फल मिलूगा। सो माड़े दी गुरु साहब ने संगत तो रोकिया। ते संगत की है? जिथे सत संगत, जिथे एक सच की गल हुंदी है, जिथे एक परमात्मा की सिफत सलाह हुंदी है। कबीर जी कहंदे ओ संगत करो। चंगे बंदे की संगत करांगे तो गुणां नाल भरे जावांगे, माड़े की संगत करांगे तो औगण इकट्ठे करांगे। सो गुरु साहब कहंदे संत महात्मा की संगत विच बुरे बंदे भी भले बन जाते आ। तां ही कबीर जी कहंदे ना, कबीर मन पांखी पयो उड़ उड़ दै दिस जाए, जो जैसी संगत मिले तैसो ही फल खाए। क्योंकि ये मन तां दसां दिशावां विच उड़ के जांदा है, पर इस मन नूं आपां किवें रोक सकदे हां? सत दी संगत करके, सच दी संगत नाल जोड़ के इस मन नूं रोकिया जा सकदा है। अगे कबीर जी कहंदे, कबीर बांस वडाई बूढ़िया इउं मत डूबो कोए, चंदन कै निकटे बसे बास संगंद ना होए। कहंदे कबीर जी आखदे बांस अपने उच्चे लम्मे होण दा माण करदा है ते इस माण विच ही डुब्बिया रहिंदा है। इसे तरह ही कबीर जी कहंदे कोई तेरा अपने वड्डे होण दे माण विच डुबदी है। बांस भावें चंदन दे नेड़े रहिंदा है पर उस विच चंदन वर्गी संगंध नहीं आउंदी। क्यों नहीं चंदन वर्गी संगंध आउंदी बांस दे विच? क्योंकि बांस नूं अपने उच्चे लम्मे होण दा माण है, वो आपदे माण विच हंकार विच फिरदा है। इसे माण हंकार करके वो डुब्बिया रहिंदा ते चंदन दी सुगंध उहदे विच नहीं आउंदी, क्योंकि वो आपदी हउमे हंकार विच फिरदा है। इसे तरह आपां नूं समझाउणा कर रहे कबीर जी कहंदे जे तुसीं आपदी माया वड्डापण पैसे धेले दा माण करदे हो ते तुहाडे अंदर कदे भी परमात्मा वाले गुण नहीं आ सकदे। जे आपां उस परमात्मा नूं हाज़र नाज़र समझदे हां भी वाहिगुरू सब कुछ देण वाला तू है, आ मेरा घर बार धन दौलत धीआं पुत्त आ शरीर दे सब कुछ देण वाला तू है परमात्मा, फिर अपने अंदरों हउमे हंकार निकलदी है, फिर ही परमात्मा वाले गुण अपने विच आउंदे आ। ते जे आपां आपदी हउमे हंकार विच फिरदे हां फिर कदे भी अपने परमात्मा नाल आपां नहीं मिल सकदे।
ਕਬੀਰ ਜੀ ਕਹਿੰਦੇ ਆ ਤਾਂ ਹੀ ਬਾਂਸ ਦੇ ਵਿੱਚ ਸੁਗੰਧ ਨਹੀਂ ਆਉਂਦੀ, ਕਿਉਂਕਿ ਉਹਨੂੰ ਆਪਦੇ ਵੱਡੇਪਣ ਦਾ ਮਾਣ ਹੈ ਤੇ ਚੰਦਨ ਦੇ ਨੇੜੇ ਰਹਿੰਦਾ ਵੀ ਉਹਦੀ ਸੁਗੰਧੀ ਤੋਂ ਵਾਂਝਾ ਰਹਿ ਜਾਂਦਾ ਹੈ ਜੋ ਬਾਂਸ ਦਾ ਰੁੱਖ ਹੁੰਦਾ ਹੈ। ਕਬੀਰ ਜੀ ਨੇ ਇਸ ਸ਼ਬਦ ਵਿੱਚ ਵੀ ਆਪਦੀ ਹਉਮੈ ਹੰਕਾਰ ਛੱਡਣ ਨੂੰ, ਤਿਆਗਣ ਨੂੰ ਕਿਹਾ ਹੈ। ਕਹਿੰਦੇ ਹਉਮੈ ਹੰਕਾਰ ਦੇ ਵਿੱਚ ਭਾਈ ਤੂੰ ਡੁੱਬੇਗਾ ਹੀ ਡੁੱਬੇਗਾ, ਕਿਉਂਕਿ ਹਉਮੈ ਤਾਂ ਡੋਬਦੀ ਆ। ਹਉਮੈ ਵਿੱਚ ਰਹਿ ਕੇ ਤੂੰ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਤੇ ਕਦੇ ਵੀ ਇਸ ਭਵਜਲ ਨੂੰ ਪਾਰ ਨਹੀਂ ਕਰ ਸਕਦਾ। ਤੂੰ ਡੁੱਬੇਗਾ ਹੀ ਡੁੱਬੇਗਾ। ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਬਖਸ਼ੋ ਵਾਹਿਗੁਰੂ। ਸਵਾਸ ਗਰਾਸ ਸਿਫਤ ਸਲਾਹ ਬਖਸ਼ੋ, ਸੱਤ ਦੀ ਸੰਗਤ ਬਖਸ਼ੋ ਵਾਹਿਗੁਰੂ। ਅਸੀਂ ਆ ਹਉਮੈ ਹੰਕਾਰ ਤਿਆਗ ਕੇ ਵਾਹਿਗੁਰੂ ਤੇਰਾ ਨਾਮ ਜਪੀਏ ਵਾਹਿਗੁਰੂ। ਤੈਨੂੰ ਹਾਜ਼ਰ ਨਾਜ਼ਰ ਜਾਣੀਏ ਸੱਚੇ ਪਾਤਸ਼ਾਹ। ਨਾਮ ਦੀ ਦਾਤ ਬਖਸ਼ੋ ਵਾਹਿਗੁਰੂ। ਸਵਾਸ ਗਰਾਸ ਸਿਮਰਨ ਬਖਸ਼ੋ ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ। ਗੁਰੂ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਸਹੀ ਪਿਆਰੇ ਮੇਲ।